जुगो जुग अटल। शब्द गुरु बाणी के बोहित चवर तखत दे मालिक। दसां पातशाहियां जी की जोत। साहिब श्री गुरु ग्रंथ साहिब जी दे हजूर। सुभाईमान गुरु सवारे गुरु प्यारे खालसा सतसंगी जनों। वड्डे भाग हन अपने सबना दे जिन्हां ते सतगुरां जी ने किरपा करके सत संगत करन दा सुभागा समा बख्शिया है। सतगुरां जी दे सजे होए अमृत वेले ते दीवाना अंदर समा बनया है गुर शब्द विचार दा। आओ मन ते चित्त एकागर करके सरवण करिए। हाँ जी। सोहे महला पंजवा। अज दा श्री पावन मुखवाक सोही राग दे चौपदियां दे अंदर पंचम गुरदेव पातशाह सतगुरु गुरु अर्जन देव जी महाराज बख्शिश कर रहे हैं। हाँ जी। बहती जात कदे दृष्ट न तारत। साड़ी जिहड़ी उम्र है वो चलते हुए दरिया की तरह दिन रात घट रही है, पर मनुख कदे इस पासे वल ध्यान नहीं देंदा। हाँ जी। मिथ्या मोह बंध है नित पारच। ये जिहड़ा पारच शरीर रूपी कपड़ा है, नीता प्रदी दे मोह दे विच यह जकड़िया जा रहा है, बन्निया जा रहा है। हाँ जी। माधवे भज दिन नित रैणी। जीवन नूं सफल करन दा राज सतगुरु जी समझाउंदे कि माधवे भज दिन नित रैणी। भाई परमात्मा दा सिमरन कर, दिन रात नहीं वेखना। हाँ जी। जन्म पदार्थ जीत हर सरणी। ये जिहड़ा जन्म है वो एक पदार्थ है, वरतन वाली चीज़ है, घट रहा है। इनू सफल कर परमात्मा की शरण विच आके। हाँ जी। रहाओ ये रहाओ दा बंद है जो कि शब्द का केंद्री भाव है। हाँ जी। करत बेकार दो कर चारत। मनुख विकार करदा है, विपरीत काम करदा है ते अपने दोवें हथ झाड़ जांदा है, खाली हो जांदा है। हाँ जी। राम रतन रिद तिल नहीं तारत। परमात्मा दा कीमती नाम रतन दी न्याई ਉਹਨੂੰ ਆਪਣੇ ਅੰਦਰ ਧਾਰਨ नहीं करदा, ਟਿਕਾਉਂਦਾ नहीं। हाँ जी। ਪਰਣ ਪੋਖਣ ਸੰਗ ਔਧ ਬਿਹਾਣੀ। सारी जिहड़ी उम्र है वो इस शरीर दे पालन पोषण दे विच ही बिता दित्ती। हाँ जी। जय जगदीश की गत नहीं जानी। जो परमात्मा जय जगदीश नमस्कार करन दे योग है, ओदी गात नूं मर्यादा नूं नहीं समझिया। हाँ जी। शरण समरथ अगोचर स्वामी। हुण सतगुरु जी किसी नूं निराश नहीं करते। वो कहते भी जिहड़ा बीत गया समा वो तां नहीं हुण हत्थ आउण वाला। हुण भी जदों तैनूं पता चल गया गुरु दे राहीं तू अरदास कर, हे वाहिगुरू जी तुसीं समर्थ हो, अपहुँच हो, मालिक हो।
ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਹਾਂਜੀ। ਉਧਰ ਨਾਨਕ ਪ੍ਰਭ ਅੰਤਰ ਜਾਮੇ। ਤੁਸੀਂ ਅੰਤਰਜਾਮੀ ਹੋ, ਮੇਰੇ ਬਾਰੇ ਜਾਣਦੇ ਹੋ, ਤੇ ਆਪ ਜੀ ਕਿਰਪਾ ਕਰਕੇ ਮੈਨੂੰ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚਾ ਲੈਣਾ ਕਰੋ ਜੀ। ਸੋ ਅਰਦਾਸਾਂ ਬੇਨਤੀਆਂ ਮਾਲਕ ਦੇ ਦਰ 'ਤੇ ਹਰ ਵਕਤ ਕਰਦੇ ਰਹੀਏ। ਅੱਜ ਵੈਸਾਖ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਜੋ ਕਿ ਨਾਲ ਮਹਾਨ ਇਤਿਹਾਸਕ ਦਿਹਾੜਾ ਵੀ ਹੈ। ਆਓ ਸਰਵਣ ਕਰਦੇ ਹਾਂ। ਵੈਸਾਖ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਉਪਦੇਸ਼। ਹਾਂਜੀ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਛੋਹ। ਧਾਰਮਿਕ ਜਗਤ ਦੇ ਅੰਦਰ ਜਗਿਆਸੂ ਇਸਤਰੀ ਦੀ ਨਿਆਈ ਹੁੰਦਾ ਹੈ ਤੇ ਪਰਮਾਤਮਾ ਪਤੀ ਹੈ। ਹਮ ਸਹਿ ਕੇਰੀ ਦਾਸੀਆਂ, ਸਾਚਾ ਖਸਮ ਹਮਾਰਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਵੈਸਾਖ ਭਲਾ ਸਾਖਾ ਵੇਸ ਕਰੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਖਾਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਵਿਆਖਿਆ ਕਰ ਰਹੇ ਨੇ। ਇਹਦੀ ਆਵਾਜ਼ ਥੋੜੀ ਘਟਾਓ। ਕਿੱਥੇ ਆ ਭਾਈ? ਆ ਥੋੜੀ ਆਵਾਜ਼ ਘਟਾ ਦਿਓ ਜੀ, ਆਵਾਜ਼ ਚੀਕ ਮਾਰ ਰਿਹਾ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆਂ। ਵਾਢੀਆਂ ਦਾ ਅਰਥ ਜੀਵ ਰੂਪੀ ਇਸਤਰੀਆਂ। ਵੈਸਾਖ 12 ਮਹੀਨਿਆਂ ਦੇ ਵਿੱਚ ਇੱਕ ਮਹੀਨਾ। ਇਸੇ ਤਰ੍ਹਾਂ ਹੀ 84 ਲੱਖ ਜੂਨੀਆਂ ਦੇ ਵਿੱਚ ਇੱਕ ਮਨੁੱਖਾ ਜੀਵਨ ਹੈ। ਇਸ ਜੀਵਨ ਨੂੰ ਸਫਲ ਕਰਨ ਦਾ ਰਾਜ ਪਾਤਸ਼ਾਹ ਸਮਝਾ ਰਹੇ। ਧੀਰਨ ਹੁੰਦਾ ਵੀ ਧੀਰਜ ਕਿਵੇਂ ਰੱਖਣ, ਕਿਉਂ ਕਿਵੇਂ। ਵਾਢੀਆਂ ਇਸਤਰੀਆਂ ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਦੇ ਅੰਦਰ ਮਾਲਕ ਨੂੰ ਮਿਲਣ ਦੀ ਖਿੱਚ ਹੈ, ਵਿਛੋੜੇ ਦਾ ਅਹਿਸਾਸ ਹੋ ਗਿਆ, ਉਹ ਕਿਵੇਂ ਧੀਰਜ ਰੱਖਣ। ਹਾਂਜੀ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਵਾਹਿਗੁਰੂ ਪਰਮੇਸ਼ਰ ਜੀ ਨੂੰ ਭੁਲਾਉਣ ਕਰਕੇ ਹੀ ਜੀਵ ਨੂੰ ਮਾਇਆ ਦਾ ਧੋਖਾ ਛਲ ਲੱਗਿਆ। ਕਿਉਂਕਿ ਮਾਤਾ ਦੇ ਉਦਰ ਵਿੱਚ ਤਾਂ ਪਰਮਾਤਮਾ ਦਾ ਸਿਮਰਨ ਕਰ ਰਿਹਾ ਸੀ, ਪਰ ਜਨਮ ਤੋਂ ਬਾਅਦ ਫਿਰ ਪਰਮਾਤਮਾ ਨਾਲੋਂ ਟੁੱਟ ਗਈ ਸੁਰਤ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਧਰੋਂ ਸੁਰਤ ਟੁੱਟੀ ਤੇ ਇੱਧਰ ਮਾਇਆ ਦੀ ਜਕੜ ਦੇ ਵਿੱਚ ਆ ਗਿਆ। ਥਾਂ ਥਾਂ ਤੇ ਮਾਇਆ ਦਾ ਛਾਲ ਹੈ, ਧੋਖਾ ਹੈ। ਹਾਂਜੀ। ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਿਨਾਸੀ ਓਹ। ਮਾਇਆ ਦਾ ਛਲ ਕੀ ਹੈ? ਪੁੱਤਰ ਕਲਤਰ ਨਾ ਸੰਗਤ ਨਾ। ਪੁੱਤਰ ਇਸਤਰੀ ਧਾਨ, ਇਹ ਛਾਲੀ ਹੈ। ਸਤਿਗੁਰੂ ਜੀ ਕਹਿੰਦੇ ਮਨਮੁਖ ਜਾਣੈ ਆਪਣਾ, ਆਪਣੇ ਧੀਆਂ ਪੂਤ ਸੰਜੋਗ। ਧੀਆਂ ਪੁੱਤਰਾਂ ਦਾ ਸੰਜੋਗ ਹੈ, ਪਤਨੀ ਦਾ ਸੰਜੋਗ ਹੈ, ਸੰਜੋਗ ਕਰਕੇ ਮਿਲੀਏ। ਤੇ ਇਹ ਹੁਣ ਉਹਨੂੰ ਆਪਣੀ ਉਹ ਸਮਝਣ ਲੱਗ ਪਿਆ। ਧੀਆਂ ਪੁੱਤਰ ਆਪਣੇ ਨੇ, ਘਰ-ਬਾਰ ਆਪਣਾ, ਸੋਨਾ ਚਾਂਦੀ ਆਪਣਾ, ਕਬਜ਼ਾ ਕਰਕੇ ਬਹਿ ਗਏ। ਆਪਣੀ ਚੀਜ਼ ਉਹ ਹੋਇਆ ਕਰਦੀ ਹੈ ਜਿਹਨੂੰ ਆਪਾਂ ਨੇ ਬਣਾਇਆ ਹੋਵੇ।
ਕਿਸੇ ਦੀ ਚੀਰ ਤੇ ਕਬਜ਼ਾ ਨਹੀਂ ਹੋਇਆ ਕਰਦਾ। ਧੀਆਂ ਪੁੱਤਰ ਪਰਿਵਾਰ ਪਰਮਾਤਮਾ ਦੀ ਦੇਣ ਹੈ, ਨਾ ਕਿ ਸਾਡੇ ਆਪਣੇ ਨੇ। ਬਸ ਜਦੋਂ ਆਪਣੇ ਸਮਝਦਾ, ਜਦੋਂ ਉਹਨਾਂ ਦੇ ਮੋਹ ਦੇ ਵਿੱਚ ਫਸ ਜਾਂਦਾ, ਫਿਰ ਰੱਬ ਨੂੰ ਭੁੱਲ ਜਾਂਦਾ ਹੈ। ਤੇ ਇਹੀ ਭਾਈ ਧੋਖਾ ਹੈ। ਪਰਮਾਤਮਾ ਨੂੰ ਭੁਲਾ ਦਿੱਤਾ ਤੇ ਜਾਲ ਦੇ ਵਿੱਚ ਧੋਖੇ 'ਚ ਫਸ ਗਿਆ। ਹਾਂਜੀ। ਪਲਚ ਪਲਚ ਸਗਲੀ ਮੋਈ, ਝੂਠੈ ਧੰਦਾ ਮੋਹ। ਇਸ ਤਰ੍ਹਾਂ ਸਾਰੀ ਲੁਕਾਈ ਜਿਹੜੀ ਹੈ ਨਾ, ਇਹ ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ, ਮੋਹ ਦੇ ਵਿੱਚ ਫਸ ਕੇ ਖੁਆਰ ਹੋ ਰਹੀ ਹੈ। ਹਾਂਜੀ। ਇਕ ਹਰਿ ਕੇ ਨਾਮ ਬਿਨ, ਅੱਗੇ ਲਈ ਹੈ ਖੋਹੇ। ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਜੀਵ ਦੇ ਪਾਸ ਹੈ, ਉਹ ਅੱਗੇ ਖੋਹ ਲਿਆ ਜਾਂਦਾ ਹੈ। ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕੈ ਜਾਹੀ। ਜਿਹੜੇ ਪੁੰਨ ਦਾਨ ਦੇ ਵਿੱਚ ਨੇ, ਉਹ ਸਾਰੇ ਧਰਮ ਰਾਜ ਦੇ ਹੀ ਜਾਂਦੇ ਨੇ। ਉਹਨਾਂ ਦਾ ਜਾਣਾ ਧਰਮ ਰਾਜ ਦੇ ਕੋਲ ਹੀ ਹੈ। ਜਿਨ੍ਹਾਂ ਨੇ ਹਿਸਾਬ ਕਿਤਾਬ ਰੱਖਿਆ ਹੋਇਆ, ਮੈਂ ਇਹ ਕੀਤਾ, ਉਹ ਕੀਤਾ, ਮੈਂ ਆਹ ਕਰ ਰਿਹਾ, ਉਹ ਕਰ ਰਿਹਾ, ਕੋਈ ਵੀ ਹੈ। ਪਰ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪਦੇ ਨੇ, ਉਹਨਾਂ ਦਾ ਸੰਬੰਧ ਧਰਮ ਰਾਏ ਦੇ ਨਾਲ ਨਹੀਂ ਹੁੰਦਾ। ਉੱਥੇ ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝ। ਉਹਦਾ ਸੰਬੰਧ ਨਾਮ ਵਾਲਿਆਂ ਦਾ ਪਰਮਾਤਮਾ ਨਾਲ। ਤਾਂ ਤੇ ਪਾਤਸ਼ਾਹ ਜੀ ਕਹਿੰਦੇ, ਭਾਈ ਇੱਕੋ ਨਾਮ ਜਪਿਆਓ, ਆਪਣੀ ਪਤ ਸੇਤੀ ਘਰ ਜਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਇੱਥੇ ਹੀ ਖੋਲਿਆ ਜਾਊਗਾ। ਹਾਂਜੀ। ਦਇਓ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨ ਕੋਏ। ਦਇਓ ਸ਼ਬਦ ਜਿਹੜਾ ਉਹ ਪਰਮਾਤਮਾ ਦੇ ਲਈ ਵਰਤਿਆ ਗਿਆ ਹੈ, ਜਿਹਦਾ ਅਰਥ ਹੈ ਪ੍ਰੇਰਕ। ਪਰਮਾਤਮਾ ਨੂੰ ਵਿਸਾਰ ਕੇ ਬਗੁਚਣਾ ਹਮੇਸ਼ਾ ਖੁਆਰ ਹੋਈਦਾ। ਪ੍ਰਭ ਬਿਨ ਅਵਰ ਨਾ ਕੋਏ, ਜਦੋਂ ਪਰਮਾਤਮਾ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ, ਫਿਰ ਆਪਾਂ ਉਹਨੂੰ ਮੰਨਾਂਗੇ ਤਾਂ ਦੁਖੀ ਹੋਵਾਂਗੇ। ਹਾਂਜੀ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਏ। ਜਿਹੜੇ ਆਪਣੇ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਜੁੜ ਗਏ ਨੇ, ਤਿਨ ਕੀ ਨਿਰਮਲ ਸੋਏ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਤਰੀਕਾ ਪਵਿੱਤਰ ਹੁੰਦਾ ਹੈ, ਪ੍ਰਗਟ ਹੋ ਜਾਂਦਾ ਦੁਨੀਆ ਦੇ ਅੰਦਰ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਾਂਜੀ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਇੱਥੇ ਵੀ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ ਕਿ ਆਓ ਆਪਾਂ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਜੀ, ਆਪ ਜੀ ਕਿਰਪਾ ਕਰਕੇ ਸਾਨੂੰ ਮਿਲੋ, ਤਾਂ ਕਿ ਸਾਨੂੰ ਵੀ ਮਿਲਾਪ ਦਾ ਸੁੱਖ ਆਨੰਦ ਪ੍ਰਾਪਤ ਹੋ ਜਾਵੇ। ਹਾਂਜੀ। ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਭੇਟੈ ਹਰ ਸੋਏ। ਇਹ ਵੈਸਾਖ ਦਾ ਮਹੀਨਾ ਮਨੁੱਖਾ ਜਨਮ ਤਾਂ ਹੀ ਸੁਹਾਵਾ ਸੋਹਣਾ ਹੋ ਸਕਦਾ ਹੈ, ਸੁਖਦਾਈ ਹੋ ਸਕਦਾ ਹੈ। ਜਾਂ ਸੰਤ ਭੇਟੈ ਹਰ ਸੋਏ, ਜਿਸ ਜੀਵਨ ਦੇ ਵਿੱਚ ਹਰੀ ਦਾ ਸੰਤ, ਹਰੀ ਦਾ ਰੂਪ, ਗੁਰੂ ਜਿਹੜਾ ਹੈ ਉਹ ਸਾਨੂੰ ਮਿਲ ਜਾਵੇ। ਇਹ ਗੁਰਬਾਣੀ ਦੀ ਵਿਚਾਰ ਹੈ। ਅੱਜ ਮਹਾਨ ਇਤਿਹਾਸਕ ਦਿਹਾੜਾ ਹੈ। ਜਿਹਦਾ ਸੰਸਾਰ ਦੇ ਵਿੱਚ ਕਿਤੇ ਨਾਂ ਨਹੀਂ ਹੈ ਵੀ ਕਿਤੇ ਹੋਰ ਵੀ ਇਸ ਤਰ੍ਹਾਂ ਹੋਇਆ ਹੋਵੇ। 1699 ਦੀ ਵੈਸਾਖੀ
ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਸੱਚ ਦਾ ਸਿੱਕਾ ਚਲਾਉਣਾ ਕੀਤਾ, ਜੋ ਨਿਰਮਲ ਪਵਿੱਤਰ ਪੰਥ ਹੈ। ਇਹਦੇ ਲਈ ਸਤਿਗੁਰਾਂ ਜੀ ਨੇ 4 ਉਦਾਸੀਆਂ ਕੀਤੀਆਂ। ਜਿੰਨੇ ਵੀ ਧਾਰਮਿਕ ਕੇਂਦਰ ਸਨ, ਉੱਥੇ ਮੇਲਿਆਂ ਤੇ ਜਾ ਕੇ ਗੁਰੂ ਸਾਹਿਬ ਜੀ ਨੇ ਸੱਚ ਦ੍ਰਿੜ ਕਰਵਾਇਆ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਗੁਰੂ ਬਣੇ। ਗੋਇੰਦਵਾਲ ਸਮ ਗੋਬਿੰਦਪੁਰੀ। ਕਿਸੇ ਨੇ ਸੱਚਖੰਡ ਨਹੀਂ ਵੇਖਿਆ, ਜੇ ਦੇਖਿਆ ਤੇ ਉਹ ਦੱਸ ਨਹੀਂ ਸਕਦਾ। ਪਰ ਭੱਟ ਸਾਹਿਬਾ ਕਹਿੰਦੇ ਵੀ ਜਿਹੜਾ ਗੋਇੰਦਵਾਲ ਸਾਹਿਬ ਹੈ ਉਹ ਸੱਚਖੰਡ ਦੀ ਨਿਆਈਓ ਹੈ। ਧਰਤੀ ਤੇ ਸੱਚਖੰਡ ਇਹੀ ਹੈ। ਇਸ ਨੂੰ ਕੇਂਦਰ ਬਣਾਇਆ। ਗੋਇੰਦਵਾਲ ਸਿੱਖੀ ਦਾ ਧੂਰਾ। 22 ਮੰਜੀਆਂ ਥਾਪੀਆਂ ਗੁਰੂ ਅਮਰਦਾਸ ਜੀ ਨੇ। ਫਿਰ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖ ਬੇਨਤੀ ਕਰਦੇ, ਹਜ਼ੂਰੀ ਸੇਵਾਦਾਰ ਹੈ ਭਾਈ ਬੱਲੂ, ਪਰਮਹੰਸ ਹੈ ਭਾਈ ਪਾਰੋ ਜੀ। ਕਿਉਂਕਿ ਜੋ ਸੰਗਤ ਦੇ ਵਿੱਚ ਵਿਚਾਰ ਹੁੰਦੀ ਹੈ, ਉਹ ਫਿਰ ਸਿੱਖ ਭਾਈ ਬੱਲੂ ਨੂੰ ਕਹਿੰਦੇ ਨੇ ਵੀ ਸਾਡੀ ਗੱਲ ਗੁਰੂ ਅਮਰਦਾਸ ਜੀ ਤੱਕ ਪਹੁੰਚਾ। ਤਾਂ ਫਿਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਇਹ ਇੱਛਾ ਹੈ ਸੰਗਤ ਦੀ ਵੀ ਅਣਗਿਣਤ ਸੰਗਤਾਂ ਆ ਰਹੀਆਂ ਜਾ ਰਹੀਆਂ, ਇੱਕ ਆ ਰਹੇ ਨੇ ਇੱਕ ਜਾ ਰਹੇ ਨੇ, ਪਰ ਸੰਗਤਾਂ ਦਾ ਜੋੜ ਮੇਲ ਨਹੀਂ ਹੁੰਦਾ। ਤੇ ਜੇ ਕਿਤੇ ਮੇਲ ਹੋਵੇ, ਮਿਲ ਕੇ ਬੈਠਣ, ਤਾਂ ਇਹਦੇ ਨਾਲ ਸਾਡੀ ਆਪਸੀ ਸਾਂਝ ਜਿਹੜੀ ਹੈ ਉਹ ਵਧੇਗੀ। ਆਪਸੀ ਸਾਂਝ ਮਿਲ ਕੇ ਬੈਠਣਗੇ ਤਾਂ ਵਧੇਗੀ। ਜਦੋਂ ਮਿਲ ਕੇ ਬੈਠਣਾ ਹੀ ਨਹੀਂ, ਫਿਰ ਤਾਂ ਦੂਰੀਓ ਵੱਧ ਹੀ ਜਾਂਦੀ। ਨਮਸਕਾਰ ਹੈ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਦੀ ਇਹ ਸੋਚ ਹੈ ਕਿ ਅਸੀਂ ਜੋੜ ਮਿਲ ਕੇ ਬੈਠੀਏ, ਸਾਡੀ ਸਾਂਝ ਵਧੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਵੀ ਇਹ ਤਾਂ ਬਹੁਤ ਵਧੀਆ ਸੋਚ ਹੈ ਭਾਈ ਤੁਹਾਡੀ, ਬਹੁਤ ਵਧੀਆ ਵਿਚਾਰ ਹੈ। ਕਹਿੰਦੇ ਇਉਂ ਕਰੋ ਫਿਰ, ਆ ਜਿਹੜੀ ਵਿਸਾਖੀ ਆ ਰਹੀ ਹੈ ਨਾ, ਇਹਦੇ ਤੇ ਹੁਕਮਨਾਮੇ ਲਿਖੋ ਕਿ ਭਾਈ ਸੰਗਤਾਂ ਜਿਹੜੀਆਂ ਨੇ ਉਹ 3 ਦਿਨ ਇੱਥੇ ਰਹਿਣਗੀਆਂ। ਤਾਂ ਇਹ ਜਿਹੜੀ ਵਿਸਾਖੀ ਹੈ ਉਹ 1577 ਦੇ ਵਿੱਚ ਆਰੰਭ ਹੋਈ। ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ। ਦਿਨ ਉਹ ਹੀ ਰੱਖਿਆ ਜਿਹੜੇ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਹਰਿਦੁਆਰ ਜਾ ਕੇ ਪਾਣੀ ਸੂਰਜ ਵੱਲ ਦੇਣ ਦੀ ਬਜਾਏ ਲਹਿੰਦੇ ਵੱਲ ਛਿੜਕਿਆ ਸੀ। ਕਿਉਂਕਿ ਬਹੁਤ ਵੱਡਾ ਮੇਲਾ ਲੱਗਦਾ ਹੈ ਹਰਿਦੁਆਰ ਗੰਗਾ ਦੇ ਕਿਨਾਰੇ ਤੇ।
ਉਹ ਦਿਨ ਸਤਿਗੁਰੂ ਅਮਰਦਾਸ ਜੀ ਨੇ ਰੱਖਿਆ। ਇਸ ਤਰ੍ਹਾਂ ਇਹ ਫਿਰ ਜੋੜ ਮੇਲ ਗੁਰੂ ਘਰ ਦੇ ਵਿੱਚ ਪੱਕਾ ਹੋ ਗਿਆ। ਇਹ ਸਾਰੇ ਗੁਰੂ ਸਾਹਿਬਾਨ ਜਿੱਥੇ ਵੀ ਹੁੰਦੇ ਵਿਸਾਖੀ ਦਾ ਜੋੜ ਮੇਲ ਉੱਥੇ ਹੀ ਹੁੰਦਾ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਰਜਨੀ ਦਾ ਜਿਹੜਾ ਘਰ ਵਾਲਾ ਸੀ ਪਿੰਗਲਾ, ਜਿਸ ਦਿਨ ਉਹ ਠੀਕ ਹੋਇਆ ਉਸ ਦਿਨ ਵੀ ਵਿਸਾਖੀ ਦਾ ਪੁਰਬ ਸੀ, ਜਿਹਦੇ ਕਰਕੇ ਦੁੱਖ ਭੰਜਨੀ ਬੇਰੀ ਦੀ ਮਹਾਨਤਾ ਹੋਰ ਵੱਧ ਜਾਂਦੀ ਹੈ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਦੇ ਗੋਇੰਦਵਾਲ ਸਾਹਿਬ ਹੁੰਦੇ ਸਨ, ਕਦੇ ਤਰਨਤਾਰਨ ਸਾਹਿਬ, ਕਦੇ ਅੰਮ੍ਰਿਤਸਰ। ਜਿੱਥੇ ਵੀ ਹੁੰਦੇ ਸਨ ਵਿਸਾਖੀ ਦਾ ਪੁਰਬ ਉੱਥੇ ਹੀ ਸੰਗਤਾਂ ਨੇ ਗੁਰੂ ਜੀ ਦੇ ਨਾਲ ਮਿਲਾਉਣਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਉਹਨਾਂ ਨੇ ਜਦੋਂ ਪਰਖਿਆ ਤਾਂ ਪਰਖ ਦੇ ਵਿੱਚ ਉਹਨਾਂ ਦੇ ਪੋਤਰੇ ਖਰੇ ਉਤਰੇ। ਛੋਟੇ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਫਿਰ ਅੱਜ ਦੇ ਦਿਨ 1544 ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਸਤਿਗੁਰੂ ਜੀ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਮਨਾਉਣ ਦਾ ਦਿਵਸ ਹੈ। ਹੁਣ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਾਂ ਇੱਕ ਦਿਨ ਸੈਰ ਕਰਦੇ ਕਰਦੇ ਪਹਾੜੀ ਤੇ ਜਾ ਚੜ੍ਹਦੇ। ਘੋੜਾ ਰੋਕ ਲਿਆ ਟੀਸੀ ਤੇ ਜਾ ਕੇ, ਸੁਭਾਵਿਕ ਬਚਨ ਕੇ ਸਿੱਖੋ, ਗੁਰੂ ਨਾਨਕ ਦਾ ਜਹਾਜ਼ ਖੰਡ ਖੰਡ ਹੋ ਗਿਆ। ਸਿੱਖਾਂ ਨੇ ਸ਼ਬਦ ਸੁਣੇ, ਆਪਣੇ ਸਾਹ ਰੋਕ ਕੇ ਫਿਰ ਬੇਨਤੀ ਕਰੀ, ਮਹਾਰਾਜ ਜੇ ਗੁਰੂ ਨਾਨਕ ਦਾ ਜਹਾਜ਼ ਨਹੀਂ ਬਚਿਆ ਫਿਰ ਬਚੂਗਾ ਕਿਹਦਾ? ਗੁਰੂ ਨਾਨਕ ਦਾ ਜਹਾਜ਼ ਹੀ ਟੁਕੜੇ ਟੁਕੜੇ ਹੋ ਗਿਆ, ਫਿਰ ਬਚੇਗਾ ਕਿਹਦਾ? ਮਹਾਰਾਜ ਤੁਸੀਂ ਗੁਰੂ ਨਾਨਕ ਹੋ ਤੇ ਕਿਰਪਾ ਕਰਕੇ ਆਪਣੇ ਜਹਾਜ਼ ਨੂੰ ਸੰਭਾਲੋ। ਗੁਰੂ ਜੀ ਨੇ ਸਿੱਖਾਂ ਨੂੰ ਸ਼ਾਬਾਸ਼ ਦਿੱਤੀ, ਠੀਕ ਹੈ ਤੁਸੀਂ ਚਿੰਤਾ ਕਰਦੇ ਹੋ, ਫਿਕਰ ਕਰਦੇ ਹੋ, ਤੇ ਅਸੀਂ ਇਸ ਜਹਾਜ਼ ਨੂੰ ਹੁਣ ਇਕੱਠਾ ਕਰਾਂਗੇ 10ਵੇਂ ਜਾਮੇ ਦੇ ਵਿੱਚ। ਇਹ ਵਚਨ ਗੁਰੂ ਹਰਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤੇ। 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੱਘਰ ਦੀ ਪੰਚਮੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸਾਕਾ ਵਰਤਾਇਆ। ਭਾਈ ਜੈਤਾ ਜੀ ਸਤਿਗੁਰਾਂ ਜੀ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਠੀਕਰ ਫੋਰ ਦਲੀਸ ਸਿਰ ਪ੍ਰਭ ਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੀ ਆਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਦੇ ਸੀਸ ਨੂੰ ਸਤਿਕਾਰ ਦੇ ਸਹਿਤ ਲਿਆ, ਨਾਲ ਹੀ ਬਖਸ਼ਿਸ਼ਾਂ ਕੀਤੀਆਂ, ਰੰਗਰੇਟਾ ਗੁਰੂ ਕਾ ਬੇਟਾ। ਹੁਣ ਉਸ ਵਕਤ ਅਨੰਦਪੁਰ ਸਾਹਿਬ ਦੇ ਜਿਹੜਾ ਮਾਹੌਲ ਬਣਿਆ ਹੋਇਆ ਹੈ ਉਹ 2 ਤਰ੍ਹਾਂ ਦਾ ਸੀ।
ਇੱਕ ਤਾਂ ਅੰਦਰ ਲੋਕ ਸਨ ਜਿਨ੍ਹਾਂ ਨੇ ਰੋਣ ਤੇ ਜ਼ੋਰ ਲਾਇਆ ਹੋਇਆ ਸੀ, ਰੋ ਰਹੇ ਨੇ। ਇੱਕ ਬਾਹਰ ਸਨ ਤੇ ਜਿਨ੍ਹਾਂ ਨੇ ਜ਼ੋਰ ਲਾਇਆ ਹੋਇਆ ਸੀ ਔਰੰਗਜ਼ੇਬ ਨੂੰ ਗਾਲਾਂ ਕੱਢਣ ਤੇ। ਬਾਹਰਲੇ ਗਾਲਾਂ ਕੱਢਦੇ, ਅੰਦਰਲੇ ਰੋ ਰਹੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਸੀਸ ਦਾ ਸੰਸਕਾਰ ਕੀਤਾ। ਕਹਿਣ ਲੱਗੇ, ਸਿੱਖੋ, ਤੁਹਾਡੇ ਰੋਣ ਦੇ ਨਾਲ ਜਾਂ ਤੁਹਾਡੇ ਗਾਲਾਂ ਕੱਢਣ ਦੇ ਨਾਲ ਔਰੰਗਜ਼ੇਬ ਦੀ ਕੋਈ ਲੱਤ ਨਹੀਂ ਟੁੱਟਣ ਲੱਗੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾ ਤੁਸੀਂ ਰੋ ਕੇ ਉਹਦਾ ਕੁਝ ਕਰ ਸਕਦੇ ਹੋ ਸ਼ਰਾਪ ਦੇ ਕੇ, ਤੇ ਨਾ ਤੁਸੀਂ ਗਾਲਾਂ ਕੱਢ ਕੇ ਉਹਦਾ ਕੁਝ ਵਿਗਾੜ ਸਕਦੇ ਹੋ। ਇਹ ਦੇਖੋ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ ਤਾਂ 6ਵੇਂ ਪਾਤਸ਼ਾਹ ਜੀ ਨੇ ਹੁਕਮ ਕੀ ਕਰਿਆ ਤੇ ਸਿੱਖਾਂ ਨੇ ਕੀ ਕਰਿਆ। ਉਹਨਾਂ ਨੇ ਕਿਰਪਾਨ ਚੁੱਕੀ ਔਰ ਸਮੇਂ ਦੀ ਸਰਕਾਰ ਨੂੰ ਵਕਤ ਪਾਇਆ। ਤੇ ਹੁਣ ਤੁਹਾਡਾ ਕੀ ਖਿਆਲ ਹੈ ਵੀ ਹੁਣ ਕੀ ਕਰੀਏ ਆਪਾਂ? ਜੇ ਜ਼ੁਲਮ ਦੇ ਨਾਲ ਟਾਕਰਾ ਕਰਨਾ ਤਾਂ ਫਿਰ ਕਿਰਪਾਨ ਤਾਂ ਚੁੱਕਣੀ ਪੈਣੀ ਹੈ, ਸ਼ਸਤਰ ਤਾਂ ਚੁੱਕਣਾ ਪੈਣਾ। ਕਹਿੰਦੇ ਮਹਾਰਾਜ ਫਿਰ ਕਰੋ ਕਿਰਪਾ, ਹੁਕਮ ਤਾਂ ਤੁਹਾਡਾ ਹੈ। ਸਤਿਗੁਰੂ ਜੀ ਕਹਿੰਦੇ ਹਲੇ ਤਿਆਰੀ ਕਰੋ, ਸਮਾਂ ਆਉਣ ਤੇ ਫਿਰ ਅਸੀਂ ਤੁਹਾਨੂੰ ਸ਼ਾਸਤਰ ਚੁਕਾ ਦਾਂਗੇ, ਪੱਕਾ ਕਰ ਦਾਂਗੇ। ਇਹ ਵਚਨ 1675 ਦੇ ਵਿੱਚ ਕੀਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸਤਿਗੁਰਾਂ ਜੀ ਦਾ ਜੀਵਨ ਜਿਹੜਾ ਉਹ ਜ਼ਿਆਦਾ ਸੰਘਰਸ਼ ਦੇ ਵਿੱਚ ਹੀ ਗੁਜ਼ਰਿਆ, ਕਿਉਂਕਿ ਸਭ ਤੋਂ ਪਹਿਲਾਂ ਗੁਆਂਢੀ ਰਾਜੇ ਭੀਮ ਰਾਏ, ਭੀਮ ਚੰਦ ਉਹਨੀ ਦੁਸ਼ਮਣ ਬਣ ਗਏ ਸੀ। ਘਰੇਲੂ ਲੜਾਈ ਨੂੰ ਵੱਡੀ ਲੜਾਈ ਬਣਾ ਕੇ ਬੈਠ ਗਏ। ਫਿਰ ਜਦੋਂ ਵਾਸ ਨਹੀਂ ਚੱਲਿਆ, ਫਿਰ ਇਹ ਸਰਕਾਰ ਦੀ ਝੋਲੀ ਵਿੱਚ ਜਾ ਕੇ ਪੈ ਗਏ। ਡਰਿਆ ਹੋਇਆ ਜਿਹੜਾ ਬੰਦਾ ਹੈ ਨਾ, ਉਹ ਦੂਸਰੇ ਨੂੰ ਡਰਾ ਦਿੰਦਾ। ਇਹ ਡਰ ਗਏ, ਇਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਡਰਾਤਾ। ਕਹਿੰਦੇ ਬਾਦਸ਼ਾਹ ਐ ਨਾ ਸਮਝੀ ਵੀ ਸਾਡੇ ਨਾਲ ਲੜਾਈ ਹੈ ਨਿੱਕੀ ਜੀ, ਕੱਲ ਨੂੰ ਉਹ ਦਿੱਲੀ ਵੱਲ ਵੀ ਆਉਣਗੇ, ਉਹ ਚੈਨ ਦੀ ਨੀਂਦ ਤੈਨੂੰ ਵੀ ਨਹੀਂ ਸੌਣ ਦਿੰਦੇ। ਉਹਨੇ ਡਰੇ ਹੋਏ ਸਨ, ਇਹਨਾਂ ਨੇ ਔਰੰਗਜ਼ੇਬ ਨੂੰ ਡਰਾਤਾ। ਡਰਦਾ ਕੌਣ ਹੈ? ਸਾਹਿਬ ਜੀ ਕਹਿੰਦੀ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਿਗਸੇਤ। ਜਿਹੜਾ ਪਾਂਦਾ ਪਾਪ ਕਰਦਾ ਉਹ ਡਰਦਾ ਹੀ ਰਹਿੰਦਾ ਵੀ ਮੇਰਾ ਪਾਪ ਕਿਤੇ ਜ਼ਾਹਰ ਨਾ ਹੋ ਜੇ। ਕੋਈ ਵੀ ਹੈ, ਪਾਪਾਂ ਦੀਆਂ ਕਿਸਮਾਂ ਕਿੰਨੀਆਂ ਨੇ ਉਹ ਸਭ ਨੂੰ ਪਤਾ ਹੈ। ਜਿੱਥੇ ਜਾ ਕੇ ਸਾਡਾ ਮਨ ਡਰਦਾ ਹੈ ਵੀ ਆਹ ਕੰਮ ਕਰੀਏ ਨਾ ਕਰੀਏ ਤਾਂ ਠੀਕ ਹੈ, ਉਹ ਪਾਪ ਹੀ ਹੁੰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਪ ਹੀ ਆ ਉਹ, ਪਤਾ ਹੈ। ਮਨ ਜਿਹੜਾ ਉਹ ਸਾਨੂੰ ਸੰਦੇਸ਼ ਦਿੰਦਾ ਵੀ ਇਹ ਕੰਮ ਨਾ ਕਰ, ਪਰ ਇਨਸਾਨ ਧੱਕਾ ਕਰਦਾ ਫਿਰ ਡਰਦਾ। ਸੋ ਪਹਿਲਾਂ ਹੀ ਡਰਦਾ ਸੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਯੁੱਧ ਹੁੰਦੇ ਰਹੇ। ਸਮਾਂ ਆਪਣੀ ਚਾਲ ਚੱਲਦਾ ਗਿਆ ਤਾਂ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਵਾਹਿਗੁਰੂ ਜੀ ਵੱਲੋਂ ਹੁਕਮ ਹੋਇਆ ਕਿ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਵਾਹਿਗੁਰੂ ਨੇ ਕਿਹਾ ਵੀ ਤੂੰ ਮੇਰਾ ਪੁੱਤਰ ਹੈ। ਪੁੱਤਰ ਦੇ ਦੋ ਅਰਥ ਹੁੰਦੇ ਨੇ, ਚੇਲਾ ਵੀ ਹੁੰਦਾ, ਸਿੱਖ ਵੀ ਹੁੰਦਾ।
ਤੇ ਤੇਥੋਂ ਕੰਮ ਲੈਣਾ ਮੈਂ ਕਿ ਆਪਾਂ ਨੇ ਪੰਥ ਜਿਹੜਾ ਉਹ ਪ੍ਰਗਟ ਕਰਨਾ ਹੈ ਤਾਂ ਸਹੀ ਹੈ, ਉਹਨੂੰ ਪ੍ਰਗਟ ਕਰਨਾ ਹੈ। ਸੂਰਜ ਕਿਤੇ ਨਹੀਂ ਜਾਂਦਾ ਹੁੰਦਾ, ਬਸ ਬੱਦਲਾਂ ਦੇ ਥੱਲੇ ਆ ਜਾਇਆ ਕਰਦਾ, ਬਾਕੀ ਸੂਰਜ ਕਿਤੇ ਜਾਂਦਾ ਨਹੀਂ, ਸੂਰਜ ਜਿਉਂਦਾ ਤਿਉਂ ਹੀ ਰਹਿੰਦਾ। ਠਾੜ ਭਿਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਵ ਜਗਤ ਮੈਂ, ਜਬ ਤੁਮ ਕਰੋ ਸਹਾਏ। ਕਹਿਣ ਲੱਗੇ ਪਾਤਸ਼ਾਹ ਵੀ ਮੈਂ ਆਪਣਾ ਤਾਂ ਨਹੀਂ ਕੋਈ ਪੰਥ ਚਲਾਉਣਾ, ਪੰਥ ਤਾਂ ਤੁਹਾਡਾ ਹੀ ਹੈ, ਤੇ ਚੱਲੇਗਾ ਵੀ ਤਾਂ ਸੰਸਾਰ ਦੇ ਵਿੱਚ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਤੁਹਾਡੀ ਸਹਾਇਤਾ ਬਿਨਾਂ ਕੋਈ ਪੰਥ ਨਹੀਂ ਚੱਲਣਾ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਸਾਜਿਆ। 1699 ਦੀ ਵਿਸਾਖੀ ਤੋਂ ਸਤਿਗੁਰਾਂ ਜੀ ਨੇ ਹੁਕਮਨਾਮੇ ਲਿਖੇ ਕਿ ਇਸ ਵਾਰ ਭਾਈ ਜਿਨ੍ਹਾਂ ਨੇ ਵੀ ਆਉਣਾ, ਅੱਗੇ ਹੁੰਦਾ ਸੀ ਵੀ ਚਲੋ ਘਰ ਦੇ ਵਿੱਚ ਇੱਕ ਜੀ ਜਾ ਗਿਆ, ਦਸਵੰਧ ਦੇ ਆਇਆ, ਮੱਥਾ ਟੇਕ ਗਿਆ, ਠੀਕ ਹੈ। ਪਰ ਐਤਕਾਂ ਸਤਿਗੁਰਾਂ ਜੀ ਨੇ ਕਿਹਾ ਵੀ ਇੱਕ ਜੀ ਘਰੇ ਰਹੇਗਾ, ਬਾਕੀ ਤੁਸੀਂ ਸਾਰੇ ਆ ਜਾਓ। ਇਹ ਹੁਕਮਨਾਮਾ ਸੀ ਵੀ ਐਤਕੀ ਤੁਸੀਂ ਸਾਰਿਆਂ ਨੇ ਆਉਣਾ, ਇੱਕ ਜੀ ਘਰੇ ਛੱਡ ਦਿਓ। ਇਸ ਲਈ ਫਿਰ ਇਹ ਵਿਸਾਖੀ ਤੇ ਬਹੁਤ ਵੱਡਾ ਇਕੱਠ ਹੋਇਆ, ਅਣਗਿਣਤ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ। ਦੀਵਾਨ 3 ਦਿਨ ਦੇ ਹੋਇਆ ਕਰਦੇ ਸਨ। ਸੰਗਤ ਥੱਕੀ ਹੁੰਦੀ ਸੀ, 5 ਦਿਨ ਵੀ ਰਹਿ ਜਾਂਦੀ ਸੀ, ਕੋਈ ਵੱਡੀ ਗੱਲ ਨਹੀਂ ਹੈ। ਕਿਉਂਕਿ ਉਹ ਸੰਗਤ ਭਾਵਨਾ ਦੇ ਨਾਲ ਆਉਂਦੀ ਹੈ, ਉਹਨਾਂ ਦਾ ਪਿੱਛੇ ਮੁੜਨ ਦਾ ਕੋਈ ਖਿਆਲ ਨਹੀਂ ਸੀ ਹੁੰਦਾ ਵੀ ਚਲੇ ਗਏ ਤਾਂ ਵੀ ਠੀਕ ਹੈ, ਨਹੀਂ ਗਏ ਤਾਂ ਵੀ ਠੀਕ ਹੈ, ਕੰਮ ਤਾਂ ਚੱਲ ਹੀ ਰਿਹਾ। ਜਿਵੇਂ ਅੱਜ ਦਾ ਹੁੰਦਾ ਵੀ ਅਸੀਂ ਆਉਣ ਤੋਂ ਪਹਿਲਾਂ ਜਾਣ ਵਾਸਤੇ ਕਾਹਲੇ ਹੁੰਨੇ ਆ, ਉਦੋਂ ਇਹ ਸੀ ਵੀ ਆ ਗਏ ਹੁਣ ਆਰਾਮ ਨਾਲ ਚੱਲਾਂਗੇ। ਸਿਆਣਿਆਂ ਨੇ ਕਿਹਾ ਆਉਣਾ ਆਪਣੀ ਮਰਜ਼ੀ ਹੁੰਦੀ, ਜਾਣਾ ਦੂਸਰੇ ਦੀ ਮਰਜ਼ੀ ਹੁੰਦੀ ਹੈ। ਆ ਤਾਂ ਅਸੀਂ ਮਰਜ਼ੀ ਨਾਲ ਗਏ, ਪਰ ਹੁਣ ਭੇਜਣਾ ਤਾਂ ਗੁਰੂ ਦੀ ਮਰਜ਼ੀ ਹੈ ਨਾ। ਗੁਰੂ ਜੀ ਕਦੋਂ ਭੇਜਦੇ ਇਹ ਉਹਨਾਂ ਦੀ ਮਰਜ਼ੀ ਹੈ, ਅਸੀਂ ਆਏ ਹਾਂ, ਭੇਜਣਾ ਗੁਰੂ ਦੀ ਮਰਜ਼ੀ ਹੈ। ਤਾਂ ਅਣਗਿਣਤ ਸੰਗਤਾਂ ਇਕੱਤਰ ਹੋਈਆਂ, ਉਸੇ ਤਰ੍ਹਾਂ ਹੀ ਦਰਬਾਰ ਸਜਦਾ। ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਢਾਡੀ ਦਰਬਾਰ ਦੀ ਮਰਿਆਦਾ ਬੰਨ੍ਹੀ ਗਈ। ਫਿਰ ਢਾਡੀ ਲੱਗਦੇ, ਢਾਡੀ 20 ਰਸੀ ਰਸ ਰੱਖਦੇ। ਇਸ ਤਰ੍ਹਾਂ ਇਹ ਸਤਿਗੁਰਾਂ ਜੀ ਦਾ ਅੱਜ ਵੀ ਦਰਬਾਰ ਸਜਿਆ। ਇੱਕ ਵਿਸ਼ੇਸ਼ ਤੌਰ 'ਤੇ ਸਤਿਗੁਰਾਂ ਜੀ ਨੇ ਉੱਚੀ ਥਾਂ ਬਣਾਈ, ਥੜਾ ਬਣਾਇਆ, ਜਿਹਨੂੰ ਆਪਾਂ ਅੱਜ ਕੱਲ੍ਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਹਿੰਦੇ ਹਾਂ। ਇਹ ਤਖਤ ਹੈ, ਉੱਚਾ ਥਾਂ ਹੈ, ਤਖਤ ਜਿਹਦੇ ਤੇ ਚੜ੍ਹ ਕੇ ਜਾਣਾ ਪੈਂਦਾ ਹੈ। ਇੱਥੇ ਦੀਵਾਨ ਸਜਿਆ, ਇੱਥੇ ਸਤਿਗੁਰੂ ਜੀ ਸੁਭਾਏਮਾਨ ਹੋਏ ਨੇ। ਅੱਜ ਦਾ ਜਿਹੜਾ ਦੀਵਾਨ ਹੈ ਉਹ ਖਾਸ ਹੈ। ਸੰਗਤ ਨੂੰ ਪਹਿਲਾਂ ਹੀ ਪਤਾ ਸੀ ਵੀ ਅੱਜ ਕੋਈ ਵਿਸ਼ੇਸ਼ ਹੋਣ ਵਾਲਾ ਹੈ, ਵੀ ਐਤਕੀ ਸਤਿਗੁਰਾਂ ਜੀ ਨੇ ਕਿਹਾ ਵੀ ਸਾਰਿਆਂ ਨੇ ਆਉਣਾ ਹੈ। ਵਿਸ਼ੇਸ਼ ਸੀ, ਪਤਾ ਸੀ ਵੀ ਕੁਝ ਨਵਾਂ ਹੋਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਜੀ ਆਏ, ਕਹਿਣ ਲੱਗੇ ਭਾਈ ਸਿੱਖੋ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ।
ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਵਚਨ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਤੇ ਹੁਣ ਤੱਕ ਤੁਹਾਡੀ ਤਿਆਰੀ ਕਰਵਾਈ ਗਈ ਇਸ ਦੀ ਵੀ ਤੁਸੀਂ ਸਿਰ ਦੇਣ ਨੂੰ ਤਿਆਰ ਹੋ ਜਾਓ। ਗੁਰੂਆਂ ਨੇ ਆਪਣੇ ਸੀਸ ਦੇਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇਤਾ ਤੇ ਹੁਣ ਅਸੀਂ ਤੁਹਾਡੇ ਸੀਸ ਲੈਣੇ ਆ। ਜਿਹੜਾ ਸਿਲੇਬਸ ਹੈ ਅਗਰ ਉਹ ਪੜ੍ਹਿਆ, ਉਹਦੀ ਤਿਆਰੀ ਕੀਤੀ ਹੈ, ਤਾਂ ਉਹ ਸਟੂਡੈਂਟ ਜਿਹੜਾ ਉਹ ਪਰਚੇ ਦੇ ਵਿੱਚ ਪਾਸ ਹੁੰਦਾ ਤੇ ਪੇਪਰ ਦੇਣ ਨੂੰ ਤਿਆਰ ਹੁੰਦਾ, ਉਹਨੂੰ ਚਾਅ ਚੜਿਆ ਹੁੰਦਾ ਕਿ ਮੇਰੀ ਤਿਆਰੀ ਕੀਤੀ ਹੋਈ ਹੈ। ਪਰ ਜਿਹਨੇ ਪੜ੍ਹਿਆ ਹੀ ਨਹੀਂ, ਜਿਹਨੇ ਕਦੇ ਦੇਖਿਆ ਨਹੀਂ, ਉਹ ਕਹਿੰਦਾ ਵੀ ਐਗਜ਼ਾਮ ਹੋਣਾ ਹੀ ਨਹੀਂ ਚਾਹੀਦਾ, ਮਾਰਚ ਦਾ ਮਹੀਨਾ ਹੋਣਾ ਨਹੀਂ ਚਾਹੀਦਾ। ਉਹ ਡਰਦਾ ਹੈ ਮਾਰਚ ਦੇ ਮਹੀਨੇ ਤੋਂ, ਪੜ੍ਹਿਆ ਨਹੀਂ ਨਾ ਹੈ। ਹੁਣ ਜਿਨ੍ਹਾਂ ਸਿੱਖਾਂ ਨੇ ਤਿਆਰੀ ਕੀਤੀ ਹੋਈ ਸੀ ਉਹਨਾਂ ਦਾ ਚਾਅ ਚੜ੍ਹ ਗਿਆ। ਉਹ ਕਹਿੰਦੇ ਮਹਾਰਾਜ ਸਿਰ ਸਾਡਾ ਹੈ ਹੀ ਨਹੀਂ, ਜਦੋਂ ਅਸੀਂ ਤੁਹਾਡੇ ਹੋ ਗਏ ਤੇ ਫਿਰ ਸਾਡਾ ਸਿਰ ਨਹੀਂ ਹੈ, ਸਿਰ ਤੁਹਾਡਾ ਹੀ ਹੈ। ਦੋ ਸਿਰ ਤਾਂ ਹੋ ਨਹੀਂ ਸਕਦੇ, ਤੁਹਾਡਾ ਹੀ ਹੈ। ਤਾਂ ਸਤਿਗੁਰਾਂ ਜੀ ਨੇ ਖੁਸ਼ੀ ਜ਼ਾਹਰ ਕੀਤੀ ਵੀ ਜਿਹੜੇ ਤਿਆਰ ਸਨ, ਤੇ ਪਾਤਸ਼ਾਹ ਕਹਿੰਦੇ ਵੀ ਅੱਜ ਅਸੀਂ 5 ਸੀਸ ਲਵਾਂਗੇ, ਅੱਜ ਸਾਨੂੰ 5 ਸੀਸ ਦੀ ਲੋੜ ਹੈ। ਤੇ ਜਿਹੜੇ ਸਿੱਖਾਂ ਨੇ ਸੀਸ ਭੇਟਾ ਕਰਨੇ ਆ ਉਹ ਆਪਣੀ ਥਾਂ ਤੇ ਖੜੇ ਹੋ ਜਾਓ। ਤਾਂ ਵਾਰੀ ਵਾਰੀ ਫਿਰ ਦਇਆ ਰਾਮ, ਧਰਮ ਚੰਦ, ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਚੰਦ, ਇਹ ਪੰਜੇ ਸਿੱਖਾਂ ਨੇ ਖੜੇ ਹੋ ਕੇ ਆਪਣੇ ਸੀਸ ਸਤਿਗੁਰਾਂ ਜੀ ਨੂੰ ਅਰਪਣ ਕਰ ਦਿੱਤੇ। ਇਹਨਾਂ ਦੇ ਸੀਸ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਇੱਕੋ ਹੀ ਬਾਣਾ ਬਖਸ਼ਿਆ। ਉਹ ਬਾਣਾ ਨੀਲੇ ਰੰਗ ਦਾ ਹੈ। ਚਲੋ ਫਿਲਾਸਫੀ ਹੈ, ਇਹਦੇ ਤੇ ਜੋ ਮਰਜ਼ੀ ਆਪਾਂ ਸਰਚ ਕਰੀ ਜਾਈਏ, ਪਰ ਵਾਸਤਵ ਦੇ ਵਿੱਚ ਇਹ ਨੀਲਾ ਰੰਗ ਆਕਾਸ਼ ਦਾ ਹੀ ਹੈ, ਅਸਮਾਨੀ ਰੰਗ ਹੈ। ਦੂਸਰੇ ਪਾਸੇ ਸਮੁੰਦਰ ਦੇ ਪਾਣੀ ਦਾ ਰੰਗ ਵੀ ਨੀਲਾ ਹੀ ਨਜ਼ਰ ਆਉਂਦਾ ਹੈ। ਉਹ ਰੰਗ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ। ਹੁਣ ਆਕਾਸ਼ ਦੇ ਰੰਗ ਤੇ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਇਹ ਕਿਹਨੇ ਬਣਾਇਆ ਹੈ, ਇਹ ਕੁਦਰਤੀ ਹੈ, ਰੱਬ ਦਾ ਹੀ ਬਣਾਇਆ ਹੋਇਆ ਹੈ। ਇਹ ਨੀਲਾ ਬਾਣਾ ਸਤਿਗੁਰਾਂ ਜੀ ਨੇ ਬਖਸ਼ਿਆ ਤੇ ਆਪ ਵੀ ਸਤਿਗੁਰਾਂ ਜੀ ਨੇ ਉਹੀ ਬਾਣਾ ਪਹਿਨ ਲਿਆ। ਹੁਣ ਪੰਜਾਂ ਦੇ ਵਿੱਚ ਸਤਿਗੁਰੂ ਜੀ ਨੇ, ਹੁਣ ਪੰਜਾਂ ਦੇ ਵਿੱਚ ਗੁਰੂ ਤੇ ਕੋਈ ਪਛਾਣ ਨਹੀਂ ਹੈ, ਇੱਕੋ ਹੀ ਨਜ਼ਰ ਆ ਰਹੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕੋ ਹੀ ਰੂਪ ਹੋ ਗਏ। ਫਿਰ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਤਖਤ ਹੈ ਨਾ, ਇਸ ਦੇ ਉੱਤੇ ਸਰਬ ਲੋਹ ਦਾ ਬਾਟਾ ਰੱਖਿਆ, ਉਹਦੇ ਤੇ ਕੰਬਲ ਭੂਰਾ ਵਿਛਾਇਆ ਤੇ ਫਿਰ ਪੰਜਾਂ ਨੂੰ ਸਤਿਗੁਰਾਂ ਜੀ ਨੇ ਹੁਕਮ ਕੀਤਾ ਕਿ ਭਾਈ ਆਹ ਬਾਣੀਆਂ ਪੜ੍ਹ ਕੇ ਆਪਾਂ ਨੇ ਅੰਮ੍ਰਿਤ ਤਿਆਰ ਕਰਨਾ ਹੈ। ਹੁਣ ਪੰਜਾਂ ਦੇ ਵਿੱਚ ਗੁਰੂ ਜੀ ਆਪ ਵਰਤ ਰਹੇ ਨੇ ਇਹ ਖੰਡੇ ਬਾਟੇ ਦਾ ਅੰਮ੍ਰਿਤ। ਇਹ ਤਿਆਰ ਹੋਇਆ ਤੇ ਪੰਜਾਂ ਨੂੰ ਛਕਾਇਆ। ਤੇ ਹੁਣ ਸਤਿਗੁਰੂ ਜੀ ਹੁਣ ਪੰਜਾਂ ਨੂੰ ਕਹਿ ਰਹੇ ਨੇ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸ਼ਖਸੀ ਅਧਿਕਾਰ ਸਾਰੇ 1539 ਦੇ ਵਿੱਚ ਕਰਤਾਰਪੁਰ ਦੀ ਧਰਤੀ ਤੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਦੇ ਨਾਲ ਲਾ ਕੇ ਅੰਗਦ ਬਣਾ ਕੇ ਉਹਨਾਂ ਨੂੰ ਦੇ ਦਿੱਤੇ।
ਸਾਰੇ ਅਧਿਕਾਰ। ਤੇ ਅਧਿਕਾਰ ਦੇ ਕੇ ਕਿਹਾ ਪੁਰਖਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੋਲਣ ਦੀ ਇੱਛਾ ਕੀਤੀ ਨਾ ਗੁਰਿਆਈ ਤੋਂ ਬਾਅਦ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੁਰਖਾ ਬੋਲਣਾ ਨਹੀਂ, ਕਿਉਂਕਿ ਜੋ ਕੁਝ ਕਹੇਗਾ ਉਹ ਨਾਲ ਦੀ ਨਾਲ ਹੋ ਜਾਣਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੋਲਣਾ ਨਹੀਂ, ਕਿਉਂਕਿ ਹੁਣ ਜੋਤ ਜਿਹੜੀ ਹੈ ਉਹ ਤੁਹਾਡੇ ਅੰਦਰ ਟਿਕ ਗਈ ਹੈ। ਤੇ ਕਹਿੰਦੇ ਸਿੱਖੋ ਵੀ ਹੁਣ ਜਿਹੜੇ ਸ਼ਖਸੀ ਅਧਿਕਾਰ ਨੇ ਨਾ ਸਾਡੇ, ਉਹ ਅਸੀਂ ਹੁਣ ਤੁਹਾਨੂੰ ਦੇ ਦਿੱਤੇ ਨੇ। ਸ਼ਖਸੀ ਅਧਿਕਾਰ ਹੁੰਦੇ ਜਿਹੜੇ ਤਨ ਕਰਕੇ ਅਧਿਕਾਰ ਹੁੰਦੇ ਨੇ, ਸਰੀਰ ਕਰਕੇ ਅਧਿਕਾਰ। ਜਦੋਂ ਕੋਈ ਪਿਤਾ ਚੜ੍ਹਾਈ ਕਰ ਜਾਂਦਾ ਹੈ, ਉਹਦੀ ਜਿਹੜੀ ਦਸਤਾਰ ਹੈ ਉਹਦੇ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਤੇਰੇ ਪਿਤਾ ਦੀ ਥਾਂ ਤੇ ਤੂੰ ਹੈ, ਉਹ ਜ਼ਿੰਮੇਵਾਰੀਆਂ ਹੁਣ ਤੂੰ ਨਿਭਾਉਣੀਆਂ ਨੇ। ਤਾਂ ਇਹ ਕੋਈ ਜ਼ਰੂਰੀ ਨਹੀਂ ਵੀ ਜਿਹਦੇ ਪੁੱਤਰ ਨਹੀਂ ਹੈ, ਕੋਈ ਗੱਲ ਨਹੀਂ, ਗੱਲ ਤਾਂ ਸਮਾਜ ਦੀ ਜ਼ਿੰਮੇਵਾਰੀ ਦੀ ਹੈ ਨਾ। ਵੱਡੇ ਜਵਾਈ ਨੂੰ ਵੀ ਦੇ ਦਿੱਤੇ ਜਾਂਦੇ ਨੇ ਅਧਿਕਾਰ ਵੀ ਭਾਈ ਹੁਣ ਤੂੰ ਇਹ ਕੰਮ ਦੇਖਣਾ ਆਪਣੇ ਸਹੁਰੇ ਵਾਲਾ। ਕੋਈ ਜ਼ਰੂਰੀ ਨਹੀਂ ਵੀ ਪੁੱਤਰ ਨਹੀਂ ਆ ਤਾਂ ਵੱਡੇ ਜਵਾਈ ਨੂੰ ਵੀ ਦਿੱਤੇ ਜਾ ਸਕਦੇ ਨੇ। ਵਹਿਮ ਕੋਈ ਨਹੀਂ ਕਿਸੇ ਗੱਲ ਦਾ, ਗੱਲ ਤਾਂ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਹੈ। ਉਹਨੂੰ ਕਹਿੰਦੇ ਨੇ ਸ਼ਖਸੀ ਅਧਿਕਾਰ। ਹੁਣ ਉਹ ਜਿਹੜੀ ਦਸਤਾਰ ਹੈ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹ ਸਮਾਜ ਨਾਲ ਜੁੜੀ ਹੁੰਦੀ ਹੈ। ਸਮਾਜ ਦੇ ਵਿੱਚ ਜ਼ਿੰਮੇਵਾਰੀਆਂ ਜਿਹੜੀਆਂ ਉਹ ਜ਼ਿੰਮੇਵਾਰੀ ਦਿੱਤੀ ਜਾਂਦੀ। ਤੇ ਪਾਤਸ਼ਾਹ ਕਹਿੰਦੇ ਵੀ ਅਸੀਂ ਸਾਰੇ ਸ਼ਖਸੀ ਅਧਿਕਾਰ ਹੁਣ ਤੁਹਾਨੂੰ ਦੇ ਦਿੱਤੇ ਨੇ। ਤੇ ਹੁਣ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਪਾਤਸ਼ਾਹ ਨੇ ਪੰਜਾਂ ਦੇ ਨਾਮ ਦੇ ਨਾਲ ਇੱਕੋ ਹੀ ਸ਼ਬਦ ਲਾਇਆ, ਸਿੰਘ। ਸਿੰਘ ਸ਼ੇਰ ਨੂੰ ਕਹਿੰਦੇ ਨੇ। ਇਹ ਸ਼ਬਦਾਂ ਦੇ ਭਾਵ ਹੋਇਆ ਕਰਦੇ ਨੇ। ਸ਼ੇਰ ਇੱਕ ਜਾਨਵਰ ਹੈ, ਪਰ ਉਹਦੇ 'ਚ ਕੁਆਲਿਟੀ ਕੀ ਹੈ ਕਿ ਉਹ ਸੁਤੰਤਰ ਰਹਿੰਦਾ ਹੈ। ਸ਼ੇਰ ਕਿਸੇ ਦੇ ਅਧੀਨ ਨਹੀਂ ਰਹਿੰਦਾ, ਸੁਤੰਤਰ ਰਹਿੰਦਾ ਹੈ। ਇਸ ਕਰਕੇ ਸਿੰਘ ਸ਼ਬਦ ਦਾ ਜਿਹੜਾ ਅਰਥ ਹੈ ਨਾ ਉਹ ਸੁਤੰਤਰ ਹੈ, ਵੀ ਅਸੀਂ ਕਿਸੇ ਦੇ ਅਧੀਨ ਨਹੀਂ ਹੈ। ਕੋਈ ਵੀ ਕਿਸੇ ਦੇ ਅਧੀਨ ਨਹੀਂ ਹੈ। ਪਰਮਾਤਮਾ ਨੇ ਜਿਹਨੂੰ ਵੀ ਜਨਮ ਦਿੱਤਾ ਉਹ ਸੁਤੰਤਰ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫੈਸਲਾ ਹੈ ਵੀ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਵੀ ਨਾ ਤਾਂ ਭਾਈ ਡਰਨਾ, ਨਾ ਕਿਸੇ ਨੂੰ ਡਰਾਉਣਾ। ਹਰ ਇੱਕ ਨੂੰ ਜਿਉਣ ਦਾ ਅਧਿਕਾਰ ਹੈ, ਕੋਈ ਕਿਸੇ ਵੀ ਤਰ੍ਹਾਂ ਵੀ ਜਿਉਵੇ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਕਿਹਾ ਭਈ ਇਹ ਸੁਤੰਤਰਤਾ ਹੈ, ਜੋ ਮਰਜ਼ੀ ਜਿਵੇਂ ਮਰਜ਼ੀ ਰਹੇ। ਤੈਨੂੰ ਕਿਹਨੇ ਅਧਿਕਾਰ ਦਿੱਤਾ ਹੈ ਬਈ ਵੀ ਤੂੰ ਸਾਰਿਆਂ ਦੇ ਜੰਝੂ ਲਾ ਕੇ ਤੁਸੀਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ? ਤੈਨੂੰ ਕਿਹਨੇ ਅਧਿਕਾਰ ਦਿੱਤਾ? ਉਹ ਕਹਿੰਦਾ ਰੱਬ ਨੇ। ਕਹਿੰਦਾ ਰੱਬ ਇਹੋ ਜਿਹਾ ਹੈ ਹੀ ਨਹੀਂ ਵੀ ਇੱਕ ਪਾਸੇ ਕਹਦੇ ਵੀ ਜੀਵ ਤੂੰ ਸੁਤੰਤਰ ਹੈ, ਮੁੜ ਕੇ ਫਿਰ ਤੇਰੇ ਵਰਗੇ ਨੂੰ ਅਧਿਕਾਰ ਦੇ ਦੇਵੇ ਵੀ ਤੈਂ ਇਹਨਾਂ ਨੂੰ ਸੁਤੰਤਰ ਰਹਿਣ ਨਹੀਂ ਦੇਣਾ, ਆਜ਼ਾਦ ਰਹਿਣ ਨਹੀਂ ਦੇਣਾ। ਤੋ ਅਸੀਂ ਸੁਤੰਤਰ ਹਾਂ, ਅਸੀਂ ਕਿਸੇ ਵੀ ਤਰ੍ਹਾਂ ਕਿਸੇ ਦੇ ਅਧੀਨ ਨਹੀਂ ਹੈ। ਆਪਣੀ ਮਰਜ਼ੀ ਦੇ ਨਾਲ ਹਰ ਇੱਕ ਨੂੰ ਜਿਉਣ ਦਾ ਅਧਿਕਾਰ ਹੈ। ਸਾਡੇ ਤਾਂ ਕਹਿੰਦੇ ਜਿਹੜੇ ਪਸ਼ੂ ਨੇ, ਪੰਛੀ ਨੇ, ਉਹਨਾਂ ਨੂੰ ਵੀ ਮਰਜ਼ੀ ਨਾਲ ਜਿਉਣ ਦਿਓ। ਉਹਨਾਂ ਨੂੰ ਕਿਉਂ ਤੁਸੀਂ ਕੈਦ ਕਰ ਰਹੇ ਹੋ? ਇਹ ਮੰਨਿਆ ਨਹੀਂ, ਕੁਦਰਤ ਦਾ ਨਿਯਮ ਨਹੀਂ ਹੈ। ਤੇ ਮਨੁੱਖ ਜਿਹੜਾ ਉਹ ਸੁਤੰਤਰ ਹੈ। ਤੋ ਸਿੰਘ ਦਾ ਅਰਥ ਹੁੰਦਾ ਹੈ ਵੀ ਸੁਤੰਤਰ ਹੈ, ਇਹ ਕਿਸੇ ਦੇ ਅਧੀਨ ਨਹੀਂ ਹੈ। ਇਹ ਸਿਰਫ ਵਾਹਿਗੁਰੂ ਜੀ ਦੇ ਅਧੀਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕਿਹਦਾ ਹੈ? ਵਾਹਿਗੁਰੂ ਜੀ ਦਾ। ਹੁਣ ਪਰਮਾਤਮਾ ਆਪ ਕਿਸੇ ਦੇ ਅਧੀਨ ਨਹੀਂ ਹੈ। ਇਸ ਕਰਕੇ ਉਹਨੇ ਆਪਣੀ ਲੁਕਾਈ ਨੂੰ ਵੀ ਇਹੀ ਕਿਹਾ ਵੀ ਤੂੰ ਕਿਸੇ ਦੇ ਅਧੀਨ ਨਹੀਂ ਹੈ। ਤੁਸੀਂ ਆਪਣਾ ਜੀਵਨ ਜਿਹੜਾ ਉਹ ਸੁਤੰਤਰ ਬਤੀਤ ਕਰਨਾ। ਸਿੰਘ ਦਾ ਅਰਥ ਇਹ ਹੈ। ਹੁਣ 5 ਬਾਣੀਆਂ ਹੋ ਗਈਆਂ, ਰਹਿਤਾਂ ਹੋ ਗਈਆਂ। ਉਸ ਤੋਂ ਬਾਅਦ ਫਿਰ ਜਿਹੜੇ ਰਸਤੇ ਤੇ ਆਪੇ ਚੱਲਣਾ, ਉਹ ਰਸਤੇ ਦੀ ਇੱਕ ਮਰਿਆਦਾ ਹੋਇਆ ਕਰਦੀ ਹੈ।
ਆਪਾਂ ਸੜਕ ਤੇ ਤੁਰਦੇ ਹਾਂ, ਆਪਾਂ ਨੂੰ ਕਿਹਾ ਵੀ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਤੁਸੀਂ ਖੱਬੇ ਤੁਰਨਾ ਹੈ। ਤੁਰਨਾ ਹੈ, ਤੁਰਨ ਤੇ ਪਾਬੰਦੀ ਨਹੀਂ, ਪਰ ਤੁਰਨਾ ਇੱਕ ਮਰਿਆਦਾ ਦੇ ਵਿੱਚ ਹੈ ਵੀ ਖੱਬੇ ਤੁਰਨਾ ਹੈ। ਤੁਹਾਡੇ ਕਰਕੇ ਕਿਸੇ ਨੂੰ ਦਿੱਕਤ ਨਾ ਆਵੇ ਤੇ ਤੁਹਾਨੂੰ ਕੋਈ ਦਿੱਕਤ ਨਾ ਆਵੇ। ਹੁਣ ਜੇ ਆਪਾਂ ਸੱਜੇ ਹੋ ਜਾਂਦੇ ਹਾਂ, ਆਪਾਂ ਨੂੰ ਵੀ ਦਿੱਕਤ ਆਉਂਦੀ ਹੈ ਤੇ ਅਗਲੇ ਨੂੰ ਵੀ ਦਿੱਕਤ ਆਉਂਦੀ ਹੈ ਜਿਹੜਾ ਉੱਧਰੋਂ ਆ ਰਿਹਾ। ਜਿੱਥੇ ਪ੍ਰਮਾਤਮਾ ਨੇ ਸਾਨੂੰ ਪੈਰ ਦਿੱਤੇ ਨੇ, ਉੱਥੇ ਨਾਲ ਅੱਖਾਂ ਵੀ ਦਿੱਤੀਆਂ ਨੇ। ਤੁਰਨਾ ਪੈਰਾਂ ਦੇ ਨਾਲ ਤੇ ਦੇਖਣਾ ਅੱਖਾਂ ਦੇ ਨਾਲ ਰਸਤਾ ਮਰਿਆਦਾ 'ਚ। ਤੋ ਸਤਿਗੁਰਾਂ ਜੀ ਦੇ ਨਾਲ ਮਰਿਆਦਾ ਦੇ ਕੁਰੈਤਾਂ ਵੀ ਦੱਸੀਆਂ ਵੀ ਇਹਨਾਂ ਤੋਂ ਬਚ ਕੇ ਰਹਿਣਾ। ਤੇ ਫਿਰ ਤੁਹਾਡੀ ਜਾਤ, ਤੁਹਾਡਾ ਗੋਤ ਅੱਜ ਤੋਂ ਬਾਅਦ ਖਤਮ ਹੈ। ਜਦੋਂ ਸਿੰਘ ਲੱਗ ਗਿਆ ਪਿੱਛੇ ਤਾਂ ਉਹਦੀ ਜਾਤ ਤੇ ਗੋਤ ਖਤਮ ਹੋ ਜਾਂਦਾ। ਜਾਤ ਗੋਤ ਸਿੰਘਨ ਕੀ ਦੰਗਾ। ਕਹਿੰਦੇ ਜਿੱਥੇ ਜਾਤ ਪਾਤ ਦੀ ਗੱਲ ਹੁੰਦੀ ਹੈ ਉੱਥੇ ਸਿੰਘਾਂ ਦਾ ਝਗੜਾ ਹੋ ਜਾਂਦਾ ਵੀ ਤੂੰ ਜਾਤ ਦਾ ਨਾਂ ਕਿਉਂ ਲਿਆ, ਵੀ ਗੋਤ ਕਿਉਂ ਲਿਆ। ਜਾਤ ਤੇ ਗੋਤ ਨਾਮ ਲੈਣਾ ਧਰਮ ਦੇ ਵਿੱਚ ਇਹ ਦੰਗਾ ਹੀ ਹੈ, ਝਗੜਾ ਹੀ ਹੈ। ਜਦੋਂ ਤੱਕ ਇਹ ਰਹੂਗਾ ਉਦੋਂ ਤੱਕ ਆਪਣੇ ਝਗੜੇ ਨਿਬੜਨੇ ਨਹੀਂ, ਇਹ ਰਹਿਣਗੇ ਬਣੇ ਹੋਏ। ਨਾ ਕੋਈ ਜਾਤੀ ਵਿਮਾਨ ਛੱਡਦਾ। ਆਪਣੀ ਜਾਤ ਨੂੰ ਦੱਸਣ ਵਾਸਤੇ ਉਹਨੂੰ ਗੋਤ ਦੀ ਵਰਤੋਂ ਕਰਨੀ ਪੈਂਦੀ ਹੈ ਵੀ ਮੇਰਾ ਪਤਾ ਲੱਗ ਜੇ ਵੀ ਮੈਂ ਕੌਣ ਹੈ। ਸਾਹਿਬ ਜੀ ਕਹਿੰਦੇ ਖਤਮ ਹੈ। ਤੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਹਿੰਦੇ ਭਾਈ ਹੁਣ ਤੁਹਾਡੇ ਵਿੱਚ ਮੇਰਾ ਵਸ ਹੈ। ਪੰਜਾਂ ਨੂੰ ਅਧਿਕਾਰ ਦਿੱਤੇ ਤੇ ਫਿਰ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਇਹ ਅੰਮ੍ਰਿਤ ਸਾਨੂੰ ਵੀ ਛਕਾ ਦਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਕਈ ਸਵਾਲ ਕਰਦੇ ਫਿਰਦੇ ਨੇ, ਆਖੇ ਜੀ ਅੰਮ੍ਰਿਤ ਛਕਣਾ ਜ਼ਰੂਰੀ ਹੁੰਦਾ। ਇਹਨਾਂ ਦੀ ਗੱਲ ਸੁਣਿਆ ਨਾ ਕਰੋ। ਜੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ, 10ਵੇਂ ਪਾਤਸ਼ਾਹ ਜੀ ਕਹਿੰਦੇ ਵੀ ਮੈਨੂੰ ਅੰਮ੍ਰਿਤ ਛਕਾਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋੜ ਪੈ ਰਹੀ ਹੈ ਅੰਮ੍ਰਿਤ ਛਕਣ ਦੀ, ਫਿਰ ਆਪਾਂ ਕੌਣ ਹੁੰਦੇ ਆ ਸਵਾਲ ਕਰਨ ਵਾਲੇ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਇਹ 10ਵੇਂ ਪਾਤਸ਼ਾਹ ਨਾਲੋਂ ਵੀ ਸਿਆਣੇ ਹੋ ਗਏ ਜਿਹੜੇ ਉਹਨਾਂ ਤੇ ਕੁਐਸਚਨ ਪੁੱਟ ਕਰ ਰਹੇ ਨੇ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਅੰਮ੍ਰਿਤ ਛਕਿਆ। ਤੇ ਫਿਰ ਜਿੱਥੇ ਰਾਏ ਸ਼ਬਦ ਲੱਗਿਆ ਹੋਇਆ ਸੀ ਨਾ, ਨਾਮ ਜਿਹੜਾ ਬਚਪਨ ਦੇ ਵਿੱਚ ਗੋਬਿੰਦ ਰਾਏ ਰੱਖਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਅੱਜ ਉਹ ਰਾਏ ਨਾਮ ਮਿਟ ਗਿਆ ਤੇ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਜੀ ਬਣ ਗਏ। ਔਰ ਬੜੀ ਕਮਾਲ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਨਾਮ ਨਾਲ ਕੁਝ ਵੀ ਨਹੀਂ ਲਾਇਆ। ਸਿੰਘ ਤੋਂ ਬਾਅਦ ਉਹਨਾਂ ਨੇ ਵੀ ਲਿਖਿਆ ਵੀ ਮੈਂ ਖਾਲਸਾ ਹਾਂ, ਪਰ ਸਾਡੇ ਪਤਾ ਨਹੀਂ ਕਿੱਥੋਂ ਆ ਕੇ ਸਿੰਘ ਤੋਂ ਬਾਅਦ ਹੋਰ ਆ ਕੇ ਖਾਲਸੇ। ਉਹ ਭਲਿਓ ਸਿੰਘ ਹੁੰਦਾ ਹੀ ਖਾਲਸਾ ਹੈ, ਸਿੰਘ ਨੂੰ ਤਾਂ ਹੋਰ ਦੱਸਣ ਬਾਰੇ ਲੋੜ ਹੀ ਨਹੀਂ। ਸਿੰਘ ਦੀ ਵਿਸ਼ੇਸ਼ਤਾ ਕੀ ਦੱਸੋਗੇ ਤੁਸੀਂ ਖਾਲਸਾ ਕਹਿ ਕੇ। ਸਿੰਘ ਖਾਲਸਾ ਹੁੰਦਾ, ਖਾਲਸਾ ਹੀ ਸਿੰਘ ਹੁੰਦਾ। ਗੱਜ ਕੇ ਆਖੋ ਸਤਨਾਮ। ਕਈ ਨਿਰਭਉ ਖਾਲਸੇ ਵਾਲੇ ਆ ਗਏ, ਕਈ ਨਿਰਵੈਰ ਵਾਲੇ ਆ ਗਏ। ਉਹ ਭਲਿਓ ਸਿੰਘ ਖਾਲਸੀ ਹੁੰਦਾ, ਇਹਨੂੰ ਹੋਰ ਕੋਈ ਵਿਸ਼ੇਸ਼ਣ ਦੀ ਲੋੜ ਨਹੀਂ ਹੈ ਸਿੰਘ ਨੂੰ। ਜਦੋਂ ਖਾਲਸੇ ਹੋ ਗਏ ਤਾਂ ਹੀ ਤਾਂ ਅੰਮ੍ਰਿਤ ਛਕਾਇਆ। ਇਹ 1699 ਦੀ ਵਿਸਾਖੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਪੰਥ ਨੂੰ ਛਕਾਇਆ। ਫਿਰ ਜਿਨ੍ਹਾਂ ਨੇ ਬਾਅਦ ਚ ਛਕਿਆ ਉਹ 5 ਮੁਕਤੇ ਗਿਣੇ ਗਏ। ਉਸ ਤੋਂ ਬਾਅਦ ਫਿਰ ਸੰਗਤਾਂ ਅੰਮ੍ਰਿਤ ਛਕਦੀਆਂ ਗਈਆਂ ਤੇ ਹੁਣ ਸਤਿਗੁਰਾਂ ਜੀ ਨੇ ਪੱਕਾ ਕਰਤਾ। ਕਹਿੰਦੇ ਭਾਈ ਅੱਜ ਤੋਂ ਬਾਅਦ ਅੰਮ੍ਰਿਤ ਛਕਣਾ ਲਾਜ਼ਮੀ ਹੈ ਹਰ ਇੱਕ ਦੇ ਲਈ, ਚਾਹੇ ਕੋਈ ਹੈ। ਉਦੋਂ ਬੇਦੀਆਂ ਨੇ ਵੀ ਇਤਰਾਜ਼ ਕੀਤਾ ਸੀ, ਕਹਿੰਦੇ ਜੀ ਅਸੀਂ ਤਾਂ ਗੁਰੂ ਨਾਨਕ ਦੀ ਅੰਸ਼ ਹੈ ਤੇ ਸਾਨੂੰ ਕਿਹੜੇ ਅੰਮ੍ਰਿਤ ਦੀ ਲੋੜ ਹੈ। ਪਾਤਸ਼ਾਹ ਕਹਿੰਦੇ ਸਾਰਿਆਂ ਲਈ, ਜੋ 7ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਕਿ ਗੁਰੂ ਨਾਨਕ ਦਾ ਜਹਾਜ਼ ਖਿੰਡ ਗਿਆ ਕਿ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ,
ਕੋਈ ਕਿਸੇ ਜਾਤ ਕਰਕੇ, ਕਿਸੇ ਅੰਸ਼ ਕਰਕੇ, ਵੱਡਾ ਨਹੀਂ ਛੋਟਾ ਨਹੀਂ, ਸਾਰਿਆਂ ਨੂੰ ਅੰਮ੍ਰਿਤ ਛਕਣਾ ਪਊਗਾ। ਉਹ ਪੱਕਾ ਕਰਤਾ। ਹੁਣ ਜਿਹੜੇ ਫਿਰ ਥਾਂ ਸੋਢੀ ਭੱਲੇ, ਧੀਰਮੱਲ ਵਰਗੇ, ਉਹਨਾਂ ਸਾਰਿਆਂ ਦੀਆਂ ਦੁਕਾਨਦਾਰੀਆਂ ਕਲਗੀਧਰ ਪਾਤਸ਼ਾਹ ਜੀ ਨੇ ਬੰਦ ਕੀਤੀਆਂ। ਕਹਿੰਦੇ ਅੰਮ੍ਰਿਤ ਛਕੋ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਆਪਣੇ ਅਧਿਕਾਰ ਪੰਜਾਂ ਪਿਆਰਿਆਂ ਨੂੰ ਦੇ ਦਿੱਤੇ ਨੇ, ਤੇ ਭਾਈ ਹੁਣ ਪੰਥ ਦੀ ਅਗਵਾਈ ਜਿਹੜੀ ਹੈ ਨਾ, ਉਹ ਪੰਜ ਪਿਆਰੇ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕੇ। ਇਥੋਂ ਤੱਕ ਕਿਹਾ ਵੀ ਜੋ ਪੰਜ ਕਹਿਣਗੇ ਅਸੀਂ ਮੰਨਾਂਗੇ। ਅਧਿਕਾਰ ਦਿੱਤੇ ਜਾਂਦੇ ਨੇ ਪਰ ਮੰਨਦਾ ਕੋਈ ਨਹੀਂ ਉਹਨਾਂ ਨੂੰ। ਪਰ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਦੇ ਅਧਿਕਾਰਾਂ ਨੂੰ ਮੰਨਿਆ। ਚਮਕੌਰ ਦੀ ਗੜੀ ਦੇ ਵਿੱਚ ਪੰਜਾਂ ਨੇ ਕਿਹਾ ਵੀ ਪਾਤਸ਼ਾਹ ਗੜੀ ਛੱਡਣੀ ਹੈ, ਤੇ ਸਤਿਗੁਰਾਂ ਜੀ ਨੇ ਪੰਜਾਂ ਦੀ ਬੇਨਤੀ ਮੰਨ ਕੇ ਗੜੀ ਛੱਡਤੀ। ਤੇ ਹੁਣ ਜਿਹੜਾ ਭਾਈ ਪੰਜਾਂ ਦਾ ਹੁਕਮ ਨਹੀਂ ਮੰਨਦਾ, ਉਹ ਮਤਾ ਭੁਲੇਖੇ 'ਚ ਰਹੇ ਵੀ ਮੇਰੀ ਗੁਰੂ ਦੇ ਨਾਲ ਬਣ ਆਊਗੀ। ਨਹੀਂ, ਗੁਰੂ ਦੇ ਨਾਲ ਉਹਨਾਂ ਦੀ ਬਣ ਆਊਗੀ ਜਿਹੜੇ ਪੰਜਾਂ ਦੀ ਗੱਲ ਮੰਨਣਗੇ। ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਕਿਹਾ, ਜਿਹੜਾ ਸਿੱਖ ਮੰਨੇਗਾ ਉਹਦੀ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨਣਗੇ। ਪਰ ਜਿਹੜਾ ਪੰਜਾਂ ਦੀ ਨਹੀਂ ਮੰਨਦਾ ਨਾ, ਉਹ ਮਤਾ ਭੁਲੇਖੇ 'ਚ ਰਹੇ ਬਈ ਮੈਂ ਸਿੱਖ ਹਾਂ। ਨਹੀਂ, ਪੰਜਾਂ ਦਾ ਹੁਕਮ ਗੁਰੂ ਮੰਨ ਰਿਹਾ, ਤੇ ਸਾਨੂੰ ਹਰ ਇੱਕ ਸਿੱਖ ਨੂੰ ਮੰਨਣਾ ਪਵੇਗਾ। ਸੋ ਬਹੁਤ ਇਤਿਹਾਸਕ ਦਿਹਾੜੇ ਜੁੜੇ ਹੋਏ ਨੇ ਵਿਸਾਖੀ ਦੇ ਨਾਲ। ਸਮਾਂ ਸਮਾਪਤ ਹੈ। ਪਾਵਨ ਬਾਣੀ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਵਿਸਾਖੀ ਦੇ ਸੰਬੰਧ ਦੇ ਵਿੱਚ ਨਾਲ ਹੀ ਅੰਮ੍ਰਿਤ ਸੰਚਾਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੀ ਸਮਾਪਤੀ ਤਕਰੀਬਨ 10 ਵਜੇ ਤੱਕ ਹੋਵੇਗੀ। 11 ਵਜੇ ਤੱਕ ਕੀਰਤਨ ਹੈ। ਨਾਲ ਹੀ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ। 11 ਵਜੇ ਤੱਕ ਦੀਵਾਨ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਣਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।